ਮੈਨੂੰ ਇਹ ਲੱਗਦਾ ਕਿ ਪਾਰਟੀ ਪ੍ਰਧਾਨ ਦੇ ਪੈਡ ਦੇ ਉੱਤੇ ਇਹੋ ਜਿਹੀਆਂ ਨਿਯੁਕਤੀਆਂ ਕਰਨੀਆਂ ਇਹ ਰਾਜਨੀਤਿਕ ਗਲਤੀ ਸੀ। ਕਿਹਦੀ? ਸਿੱਧੂ ਸਾਹਿਬ ਦੀ। ਜਿਵੇਂ ਉਹ ਬੰਦੇ ਪਾਰਟੀ ਦੇ ਸਪੋਰਟਰ ਬਣ ਗਏ ਆ, ਇੱਕ ਤੇ ਉਹਨਾਂ ਬੰਦਿਆਂ ਦੇ ਅਕਸ਼ ਵੀ ਕੰਟਰੋਵਰਸ਼ੀਅਲ ਹੋਏ, ਜਦ ਕਿ ਉਹਨਾਂ ਦਾ ਮਤਲਬ ਇਹ ਨਹੀਂ ਸੀ। ਜਿਵੇਂ ਕਿਤੇ ਕੋਈ ਪਹਾੜੇ ਦੇ ਟੱਟੂ ਲਿਆਂਦੇ ਹੋਣ ਹਮਲਾ ਕਰਨ ਲਈ ਕੈਪਟਨ ਦੇ ਉੱਤੇ, ਇਹ ਗੱਲ ਨਹੀਂ ਸੀ। ਹੁਣ ਜੋ ਬੁਲਾ ਕੇ ਪਿਆਰੇ ਲਾਲ ਗਰਗ ਜਾਂ ਹੋਰ ਕਿਸੇ ਵੀ ABC ਤੋਂ ਜੇ ਉਹ ਪੁੱਛਦਾ ਵੀ ਮੇਰੇ ਕੋਲ ਆਹ ਪੰਜਾਬ ਦੇ 4 ਮਸਲੇ ਆ, 10 ਮਸਲੇ ਆ, ਮੈਨੂੰ ਇਹਦੇ ਤੇ ਮਦਦ ਕਰੋ, ਕੋਈ ਨਾ ਨਹੀਂ ਕਰਦਾ। ਸਾਰਾ ਸਿਆਪਾ ਤਾਂ ਬਣਿਆ ਜਦੋਂ ਮੀਡੀਆ ਦੇ ਰਾਹੀਂ ਇਹ ਸਟੋਰੀ ਚਲੇ ਗਈ। ਪਰ ਹਰੀਸ਼ ਰਾਵਤ ਦੇ ਬਿਆਨਾਂ ਤੋਂ ਕਿਤੇ ਨਾ ਕਿਤੇ ਹੁਣ ਇਹ ਨਹੀਂ ਲੱਗ ਰਿਹਾ ਵੀ ਪਹਿਲਾਂ ਪ੍ਰਧਾਨਗੀ ਦੇ ਕੇ ਸਿੱਧੂ ਨੂੰ ਹੁਣ ਪਛਤਾ ਰਹੇ ਨੇ, ਹੁਣ ਬਿਆਨਬਾਜ਼ੀ ਤੋਂ ਟੋਕਣਾ ਪੈ ਰਿਹਾ ਵੀ ਇਦਾਂ ਬਿਆਨ ਨਾ ਦਿਓ, ਇਦਾਂ ਬਿਆਨ ਦਿਓ। ਦਿੱਤੀ ਹੈ ਕੀ ਮੁਫਤ ਨਾ ਦਿੱਤੀ ਹੈ? ਕੀ ਉਹਨੂੰ ਪਲੈਟਰ 'ਚ ਪਾ ਕੇ ਦਿੱਤੀ ਹੈ? ਅਗਲੇ ਨੇ ਐਨ ਧੜੱਲੇ ਦੇ ਨਾਲ, ਜੁਰਤ ਦੇ ਨਾਲ ਪੂਰੀ ਧਮਕੀਆਂ ਦੇ ਕੇ ਕਿ ਮੈਂ ਤੁਹਾਡੇ ਭਾਂਡੇ ਟਿੰਡੇ ਖੰਡਾਰ ਦੂੰਗਾ ਪੰਜਾਬ ਦੇ ਵਿੱਚ। ਤੁਸੀਂ ਸਮਝਦੇ ਕੀ ਆਪਣੇ ਆਪ ਨੂੰ? ਉਹਨੇ ਆਪਣੀ ਜੁਰਤ ਦੇ ਨਾਲ ਪ੍ਰਧਾਨਗੀ ਲਈ ਹੈ। ਇੰਜ ਨਹੀਂ ਹੈ ਕਿ ਪ੍ਰਧਾਨਗੀ ਕਿਸੇ ਨੇ ਉਹਨੇ ਕਹਿਤਾ ਲੈ ਸਿੱਧੂ ਤੇ ਹੁਣ ਉਹ ਕਹਿਣ ਹੁਣ ਗਲਤੀ ਹੋ ਗਈ, ਹਟਾ ਕੇ ਦੱਸਣ। ਜੇ ਭਾਂਡੇ ਟਿੰਡੇ ਖਿਲ ਰਹੇ ਨੇ ਤਾਂ ਫਿਰ ਕਾਂਗਰਸ ਦੇ ਹੀ ਆ, ਚੋਣਾਂ ਦਾ ਫਾਇਦਾ ਕੋਈ ਹੋਰ ਤੀਜੀ ਧਿਰ ਲੈ ਜਾਊ। ਕਾਂਗਰਸ ਨੂੰ ਕਰਨਾ ਕੀ ਹੈ? ਕੀ ਪੰਜਾਬ ਦਾ ਕੀਤਾ? ਕੀ ਕਰਨਾ ਇਹੋ ਜੀ ਕਾਂਗਰਸ ਨੂੰ? ਤੇਜ਼ਾਂ ਤੋਂ ਜਿਹੜੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਇਹਨਾਂ ਅਹੁਦਿਆਂ ਤੇ ਸ਼ੋਭਾ ਨਹੀਂ ਦਿੰਦੇ। ਇੱਕ ਇਹ ਵੀ ਬਿਆਨ ਸਾਹਮਣੇ ਰੱਖਿਆ ਜਾ ਰਿਹਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਨਿੱਜੀ ਤੌਰ ਤੇ ਇਹ ਗੱਲ ਕਹੂੰਗਾ ਕਿ ਸਾਡੀ ਜਿਹੜੀ ਭਾਸ਼ਾ ਆ ਉਹ ਬੜੀ ਸ਼ਲੀਨਤਾ ਵਾਲੀ, ਸਮਝਦਾਰੀ ਵਾਲੀ ਹੋਣੀ ਚਾਹੀਦੀ ਆ। ਪੰਜਾਬ 2022 ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ, ਜਿੱਥੇ ਬਾਕੀ ਪਾਰਟੀਆਂ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨੇ, ਉੱਥੇ ਹੀ ਕਾਂਗਰਸ ਦਾ ਕਾਟੋ ਕਲੇਸ਼ ਨਹੀਂ ਮੁੱਕ ਰਿਹਾ। ਨਵਜੋਤ ਸਿੰਘ ਸਿੱਧੂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਮੰਚ ਤੋਂ ਬੋਲਦਿਆਂ ਫਿਰ ਇਹ ਕਹਿ ਦਿੱਤਾ ਵੀ ਜੇਕਰ ਮੈਨੂੰ ਫੈਸਲੇ ਲੈਣ ਦੀ ਆਜ਼ਾਦੀ ਨਾ ਦਿੱਤੀ ਗਈ ਤਾਂ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ। ਹੁਣ ਇੱਟ ਨਾਲ ਇੱਟ ਕਿਹਦੀ ਖੜਕਾਈ ਜਾਏਗੀ, ਇਸ ਉੱਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਇਸ ਵੇਲੇ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਉਹਨਾਂ ਨਾਲ ਵਾਰਤਾਲਾਪ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਜੋ ਕਿ ਤੁਸੀਂ ਹਾਲਾਤ ਦੇਖ ਰਹੇ ਹੋ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ, ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਕੱਲ ਇੱਕ ਮੰਚ ਤੋਂ ਫਿਰ ਕਹਿ ਦਿੱਤਾ ਵੀ ਮੈਨੂੰ ਜੇ ਫੈਸਲੇ ਲੈਣ ਦੀ ਇਜਾਜ਼ਤ ਨਾ ਦਿੱਤੀ ਗਈ, ਆਜ਼ਾਦੀ ਨਾ ਦਿੱਤੀ ਗਈ ਮੇਰੇ ਅਹੁਦੇ ਦੇ ਅਨੁਸਾਰ, ਤਾਂ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਕਿਹਦੀ ਇੱਟ ਨਾਲ ਇੱਟ ਖੜਕਾਉਣਗੇ? ਦੇਖੋ ਇਹਨੂੰ ਕਾਟੋ ਕਲੇਸ਼ ਨਾ, ਮੈਂ ਤੇ ਇਹਨੂੰ ਕਹੂੰਗਾ ਮਹਾਯੁੱਧ ਤੇ 2 ਪਾਵਰ ਸੈਂਟਰਾਂ ਵਿੱਚ ਹੈਗਾ। ਦੇਖੋ ਇਹ ਬਿਲਕੁਲ ਮਹਾਭਾਰਤ ਦੇ ਯੁੱਧ ਵਾਂਗੂ ਆ। ਇੱਕ ਧੜੇ ਦਾ ਅਕਸ਼ ਇਹੋ ਜਿਹਾ ਕਿ ਉਹ ਇਨਸਾਫ ਚਾਹੁੰਦਾ, ਅਰਜਨ ਦਾ ਧੜਾ। ਦੂਜੇ ਪਾਸੇ ਜਿਹੜੇ 100 ਭਰਾ ਹੈਗੇ ਆ, ਤਾਂ ਫਿਰ ਕ੍ਰਿਸ਼ਨ ਨੇ ਉੱਥੇ ਕੀ ਕਿਹਾ ਸੀ ਵੀ ਹੁਣ ਪਾਰਟੀ ਜਾਂ ਉਸ ਕਿਸਮ ਦੀ ਜਾਂ ਭਰਾ ਨਹੀਂ ਦੇਖ, ਖਿੱਚ ਕੇ ਮਾਰ ਤੀਰ ਜੇ ਸੱਚਾਈ ਨੂੰ ਬਚਾਉਣਾ। ਤੇ ਮੈਨੂੰ ਲੱਗਦਾ ਕਿ ਜਿਹੜਾ ਸਿੱਧੂ ਦਾ ਧੜਾ ਲੋਕਾਂ 'ਚ ਘੱਟੋ ਘੱਟ ਇਸ ਕਿਸਮ ਦਾ ਅਕਸ਼ ਜ਼ਰੂਰ ਹੈਗਾ ਕਿ ਇਹ ਬੰਦਾ ਇਮਾਨਦਾਰ ਆ, ਦਿਵੰਗ ਹੈ ਔਰ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਾ। ਔਰ ਜਿਹੜਾ ਕਾਂਗਰਸ ਦੇ ਲਗਾਤਾਰ ਇਸ ਕਿਸਮ ਦਾ ਦੋਸ਼ ਲੱਗਦਾ ਕਿ ਇਹ ਰਲੀ ਹੋਈ ਹੈ, ਇਹ ਦੂਜਿਆਂ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ, ਉਹ ਸਾਰੇ ਦਾ ਸਾਰਾ ਜਿਹੜਾ ਵੀ ਇਹਦੇ ਲੀਡਰਸ਼ਿਪ ਜਾਂ ਇਹ ਜਦੋਂ ਲਲਕਾਰ ਮਾਰਦਾ ਉਹਦੇ ਤੋਂ ਵੀ ਕਾਂਗਰਸ ਮੁਕਤ ਹੁੰਦੀ ਹੈ। ਮੇਰਾ ਇਹ ਕਹਿਣਾ ਆ ਕਿ ਦੇਖੋ ਇਹ ਲੜਾਈ ਤੇ ਚੱਲੂ ਗਹਿਰੀ, ਲੰਬੀ ਵੀ, ਗਹਿ ਗੱਚ ਵੀ। ਸਿੱਧੂ ਪ੍ਰਧਾਨ ਰਹਿੰਦਾ ਜਾਂ ਨਹੀਂ ਰਹਿੰਦਾ, ਇੱਕ ਸੈਕਿੰਡ ਟੋਕ ਰਿਹਾ। ਲੰਬੀ ਕਿੰਨੀ ਕੁ ਚੋਣਾਂ ਦੇ ਵਿੱਚ ਸਮਾਂ ਇੰਨਾ ਕੁ ਰਹਿ ਗਿਆ, ਉਨੀ ਕੁ ਲੰਬੀ ਚੱਲੂਗੀ? ਵੀ ਇਸ ਤਰ੍ਹਾਂ ਨਹੀਂ। ਜਿਹੜੀ ਰਾਜਨੀਤੀ ਨੂੰ ਆ ਤੁਸੀਂ ਚੋਣਾਂ ਨਾਲ ਜੋੜ ਕੇ ਨਹੀਂ ਦੇਖ ਸਕਦੇ, ਨਾ ਤੁਸੀਂ ਕਿਸਾਨਾਂ ਦੀ ਮੂਵਮੈਂਟ ਨੂੰ ਚੋਣਾਂ ਨਾਲ ਜੋੜ ਕੇ ਦੇਖ ਸਕਦੇ ਆ, ਨਾ ਇਹੋ ਜਿਹੀ ਇਨਸਾਫ ਦੀ ਲੜਾਈ ਨੂੰ ਜਿਹੜੀ ਪਾਰਟੀ ਦੇ ਅੰਦਰੋਂ ਚੱਲ ਰਹੀ ਹੈ ਉਸ ਨੂੰ ਤੁਸੀਂ ਸਿਰਫ ਚੋਣਾਂ ਨਾਲ ਜੋੜ ਕੇ ਦੇਖ ਸਕਦੇ ਆ। ਇਹ ਹੋ ਸਕਦਾ ਕਿ ਇਹ ਲੜਾਈ ਇਸੇ ਤਰ੍ਹਾਂ ਹੋਰ ਭਖ ਜਾਏ ਔਰ ਦੋਵੇਂ ਧੜੇ ਇੰਨੇ ਵੱਡੇ ਪੱਧਰ ਤੇ ਕਾਟੋ ਕਲੇਸ਼ ਜਿਹਨੂੰ ਕਹਿੰਦੇ ਤੁਸੀਂ, ਆਪਸੀ ਖਿੱਚੋਤਾਣ ਇੰਨੀ ਵੱਧ ਜੇ, ਇੱਕ ਦੂਜੇ ਤੇ ਟਵਿੱਟਰੀ ਗੁੱਥਮ ਗੁੱਥਾ ਇੰਨਾ ਹੋ ਜਾਣ, ਯੁੱਧ ਇੰਨਾ ਵੱਧ ਜੇ ਕਿ ਇਹ ਆਪਣੇ ਪੈਰਾਂ ਤੇ ਆਪ ਹੀ ਘਵਾੜਾ ਮਾਰ ਕੇ ਸਾਰੀ ਪਾਰਟੀ ਨੂੰ ਆਪ ਹੀ ਥੱਲੇ ਲੈ ਆਉਣ ਖਿੱਚ ਕੇ। ਪਰ ਸਿੱਧੂ ਤੇ ਫਿਰ ਵੀ ਸਿੱਧੂ ਰਹੂਗਾ ਤੇ ਪ੍ਰਗਟ ਤੇ ਫਿਰ ਵੀ ਪ੍ਰਗਟ ਰਹੂਗਾ। ਇਹਦੇ ਅਰਥ ਇਹ ਨਹੀਂ ਕੱਢਣੇ ਚਾਹੀਦੇ ਕਿ ਮੈਂ ਕੋਈ ਸਿੱਧੂ ਦਾ ਬਹੁਤ ਫੈਨ ਫਾਲੋਵਰ ਆ ਜਾਂ ਕਿਸੇ ਨੂੰ ਮੈਂ ਤੇ ਕਦੀ ਮਿਲਦਾ ਵੀ ਨਹੀਂ, ਨਾ ਕੋਈ ਸਾਡੀ ਕੋਈ ਗੱਲਬਾਤ। ਸੁਣਨੇ ਵਾਲਾ ਕੋਈ ਕਹਿ ਸਕਦਾ ਸੁਣ ਕੇ। ਹਾਂ, ਮੈਂ ਤਾਂ ਇਹ ਕਲੀਅਰ ਕਰ ਰਿਹਾ। ਪਰ ਤੁਸੀਂ ਆਮ ਬੰਦੇ ਨੂੰ ਸੜਕਾਂ ਤੇ ਪੁੱਛੋ, ਕਿਸੇ ਬੰਦੇ ਨੂੰ ਪਿੰਡ 'ਚ ਜਾ ਕੇ ਪੁੱਛੋ,
ਭਾਈ ਕੈਪਟਨ ਔਰ ਸਿੱਧੂ ਦੇ ਵਿਚਾਲੇ ਦੋਵਾਂ ਚੋਂ ਬੰਦਾ ਭਲਾ ਸੌਰੀ ਦੋਵਾਂ ਚੋਂ ਬੰਦਾ ਭਲਾ ਕਿਹੜਾ? ਤੁਹਾਨੂੰ ਸਾਫ਼ ਇਸ ਜਵਾਬ ਮਿਲੂਗਾ ਕਿ ਸਿੱਧੂ ਜਿਹੜਾ ਉਹਦਾ ਧੜਾ ਫਿਰ ਵੀ ਕਿਸੇ ਨਾ ਕਿਸੇ ਕਿਸਮ ਦੇ ਇਨਸਾਫ ਲਈ ਲੜ ਰਿਹਾ। ਉਹਨਾਂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਜੀ ਨੇ ਅਸਤੀਫਾ ਦੇ ਦਿੱਤਾ। ਪਹਿਲਾਂ ਟਿੱਪਣੀਆਂ ਕੀਤੀਆਂ ਗਈਆਂ ਕੈਪਟਨ ਸਾਹਿਬ ਵੱਲੋਂ ਵੀ, ਫਿਰ ਉਸ ਤੋਂ ਬਾਅਦ ਹਰੀਸ਼ ਰਾਵਤ ਜੀ ਨੇ ਵੀ ਕੁਝ ਕਿਹਾ ਕਿ ਆਪਣੇ ਸਲਾਹਕਾਰਾਂ ਦਾ ਖਿਆਲ ਕਰੋ, ਉਸ ਤੋਂ ਬਾਅਦ ਅਸਤੀਫਾ। ਕਿੰਜ ਵੇਖਦੇ ਹੋ, ਕਿਤੇ ਨਾ ਕਿਤੇ ਪਿੱਠ ਲੱਗੀ ਆ ਨਵਜੋਤ ਸਿੱਧੂ ਧੜੇ ਦੀ? ਨਹੀਂ, ਮੈਨੂੰ ਇਹ ਲੱਗਦਾ ਕਿ ਪਾਰਟੀ ਪ੍ਰਧਾਨ ਦੇ ਪੈਡ ਦੇ ਉੱਤੇ ਇਹੋ ਜਿਹੀਆਂ ਨਿਯੁਕਤੀਆਂ ਕਰਨੀਆਂ ਇਹ ਰਾਜਨੀਤਿਕ ਗਲਤੀ ਸੀ। ਕਿਹਦੀ? ਸਿੱਧੂ ਸਾਹਿਬ ਦੀ। ਉਹ ਜੇ ਤੋਂ ਮਰਜ਼ੀ ਐਡਵਾਈਸ ਲੈਣ, ਉਹ ਮੇਰੇ ਕੋਲ ਲੈਣ, ਤੁਹਾਡੇ ਕੋਲੋਂ ਲੈਣ, ਕਿਸੇ ਹੋਰ ABC ਤੋਂ ਲੈਣ, ਕਿਸੇ VC ਤੋਂ ਲੈਣ, ਕਿਸੇ ਦੇ ਸਬਜੈਕਟ ਐਕਸਪਰਟ ਹੋਰ ਤੋਂ ਲੈਣ, ਕੋਈ ਉਹਨਾਂ ਨੂੰ ਮਨਾ ਕਰੂਗਾ? ਕੈਪਟਨ ਅਮਰਿੰਦਰ ਸਿੰਘ ਕਿਸੇ ਦੇ ਘਰ ਜਾ ਕੇ ਕਹਿਣਗੇ ਮੈਨੂੰ ਆਹ 4 ਸਵਾਲਾਂ ਦਾ ਜਵਾਬ ਦਿਓ, ਲੱਭਦਾ ਨਹੀਂ, ਕਿ ਲੋਕ ਕਹਿਣਗੇ ਵੀ ਨਹੀਂ 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 ਤੂੰ ਭੱਜ ਜਾ? ਨਹੀਂ ਕਹਿਣਗੇ। ਉਹਨਾਂ ਨੂੰ ਆਪਣੇ ਐਡਵਾਈਜ਼ਰ ਤੌਰ ਤੇ ਨਿਯੁਕਤ ਕਰ ਦੇਣਾ, ਉਹ ਇੰਜ ਲੱਗਾ ਕਿ ਜਿਵੇਂ ਉਹ ਬੰਦੇ ਪਾਰਟੀ ਦੇ ਸਪੋਰਟਰ ਬਣ ਗਏ ਆ। ਇੱਕ ਤੇ ਉਹਨਾਂ ਬੰਦਿਆਂ ਦੇ ਅਕਸ਼ ਵੀ ਕੰਟਰੋਵਰਸ਼ੀਅਲ ਹੋਏ, ਜਦ ਕਿ ਉਹਨਾਂ ਦਾ ਮਤਲਬ ਇਹ ਨਹੀਂ ਸੀ। ਇਹਦੇ ਨਾਲ ਸਿੱਧੂ ਸਾਹਿਬ ਤੇ ਵੀ ਇੰਨਾ ਜ਼ਿਆਦਾ ਦਬਾਅ ਬਣ ਗਿਆ ਕਿ ਇਹ ਜਿਵੇਂ ਕਿਤੇ ਕੋਈ ਪਹਾੜੇ ਦੇ ਟੱਟੂ ਲਿਆਂਦੇ ਹੋਣ ਹਮਲਾ ਕਰਨ ਲਈ ਕੈਪਟਨ ਦੇ ਉੱਤੇ, ਇਹ ਗੱਲ ਨਹੀਂ ਸੀ। ਇਸੇ ਕਰਕੇ ਸਿੱਧੂ ਸਾਹਿਬ ਨੇ ਇਹ ਸਹੀ ਫੈਸਲਾ ਲਿਆ, ਜਾਂ ਮਾਲੀ ਸਾਹਿਬ ਨੇ ਵੀ ਇਹ ਰਲ ਕੇ ਸਹੀ ਫੈਸਲਾ ਲਿਆ ਕਿ ਆਪਾਂ ਨੂੰ ਇਸ ਪਰਸੈਪਸ਼ਨ ਚੋਂ, ਇਸ ਅਕਸ਼ ਨੂੰ ਬਚਾਉਣ ਲਈ ਪਰਾਂ ਹੋਣਾ ਚਾਹੀਦਾ। ਜੇ ਲੋਕ ਇਹ ਸਮਝਦੇ ਆ ਕਿ ਰੈਜ਼ਿਗਨੇਸ਼ਨ ਦੇ ਦਿੱਤਾ, ਰੈਜ਼ਿਗਨੇਸ਼ਨ ਉਦੋਂ ਹੁੰਦਾ, ਰਿਜ਼ਾਈਨ ਉਦੋਂ ਕਰੀਦਾ ਜਦੋਂ ਤੁਸੀਂ ਕੋਈ ਚੀਜ਼ ਨੂੰ ਜੁਆਇਨ ਕੀਤਾ। ਜੇ ਘੜੇ 'ਚ ਪਾਇਆ ਹੀ ਨਹੀਂ ਤੇ ਕੱਢਣਾ ਕੀ ਹੈ? ਤੇ ਘੜਾ ਤੇ ਪਹਿਲਾਂ ਹੀ ਖਾਲੀ ਹੈ। ਕਿਸੇ ਨੇ ਜੁਆਇਨ ਨਹੀਂ ਕੀਤਾ ਸਿੱਧੂ ਦੇ ਨਾਲ। ਉਹਨਾਂ ਨੇ ਉਂਝ ਹੀ ਪਬਲਿਕ ਇੱਕ ਆਫੀਸ਼ੀਅਲ ਆਪਣੀ ਪ੍ਰਧਾਨਗੀ ਵਾਲੀ ਕਾਂਗਰਸ ਵਾਲੀ ਚਿੱਠੀ ਦੇ ਉੱਤੇ ਅਪੁਆਇੰਟ ਕਰ ਦਿੱਤਾ, ਔਰ ਉਹ ਚਿੱਠੀ ਹੋ ਗਈ ਸਰਕੂਲੇਟ। ਇਹ ਨਹੀਂ ਸੀ ਹੋਣਾ ਚਾਹੀਦਾ, ਜਿਹਦੇ ਕਰਕੇ ਸਾਰਾ ਪਵਾੜਾ ਪਿਆ। ਹੁਣ ਜੋ ਬੁਲਾ ਕੇ ਪਿਆਰੇ ਲਾਲ ਗਰਗ ਜਾਂ ਹੋਰ ਕਿਸੇ ਵੀ ABC ਤੋਂ ਜੇ ਉਹ ਪੁੱਛਦਾ ਵੀ ਮੇਰੇ ਕੋਲ ਆਹ ਪੰਜਾਬ ਦੇ 4 ਮਸਲੇ ਆ, 10 ਮਸਲੇ ਆ, ਮੈਨੂੰ ਇਹਦੇ ਤੇ ਮਦਦ ਕਰੋ, ਕੋਈ ਨਾ ਨਹੀਂ ਕਰਦਾ। ਸਾਰਾ ਸਿਆਪਾ ਤਾਂ ਬਣਿਆ ਜਦੋਂ ਮੀਡੀਆ ਦੇ ਰਾਹੀਂ ਇਹ ਸਟੋਰੀ ਚਲੇ ਗਈ ਕਿ ਇਹ ਬੰਦੇ ਜਿਵੇਂ ਕਿ ਕੈਪਟਨ ਨੂੰ ਕਮਜ਼ੋਰ ਕਰਨ ਲਈ ਤੇ ਕੈਪਟਨ ਨੂੰ ਗਾਲੀ ਗਲੋਚ ਕਰਨ ਲਈ, ਉਹਦੇ ਗਿੱਟੇ ਭੰਨਣ ਲਈ, ਜਿਹਨੂੰ ਮੋਟੇ ਤੌਰ ਤੇ ਪੰਜਾਬੀ 'ਚ ਕਹਿੰਦੇ ਆ, ਕਿ ਇਹ ਬੰਦੇ ਨੂੰ ਲਿਆਂਦਾ ਗਿਆ। ਤੇ ਕੁਦਰਤੀ ਹੈ ਕਿ ਕੋਈ ਪਾਰਟੀ ਭਾਵੇਂ ਸੈਂਟਰ ਦੀ ਲੀਡਰਸ਼ਿਪ ਆ ਤੇ ਭਾਵੇਂ ਇੱਥੇ ਦੇ ਅੰਦਰੂਨੀ ਕਾਂਗਰਸ ਦੇ ਲੀਡਰ ਆ, ਤੇ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ, ਹੋਰ ਜੋ ਮਰਜ਼ੀ ਹੋਵੇ। ਅਸਲ 'ਚ ਜਿਸ ਦਿਨ ਇਹ ਕੀਤਾ ਸੀ ਉਦਣ ਹੀ ਇਹਨੂੰ ਰਿਵਿਊ ਕਰਕੇ ਇਸ ਨੂੰ ਸਮੇਟ ਲੈਣਾ ਚਾਹੀਦਾ ਸੀ, ਕਿਉਂਕਿ ਉਦਣ ਹੀ ਬਹੁਤ ਸਾਰੇ ਕਾਂਗਰਸ ਦੇ ਅੰਦਰੋਂ ਇਹਨਾਂ ਦੋਸਤਾਂ ਦਾ, ਸਿੱਧੂ ਦੇ ਦੋਸਤਾਂ ਦਾ ਵੀ ਕਾਫੀ ਵਿਰੋਧਤਾ ਹੋ ਗਈ ਸੀ। ਇਹ ਨਹੀਂ ਸਮਝੇ, ਉਹ ਗੱਲ ਵੱਧ ਗਈ। ਤੇ ਅੱਜ ਦੀ ਤਰੀਕ ਦੇ ਵਿੱਚ ਹੁਣ ਇਸ ਤਰ੍ਹਾਂ ਹੈਗਾ ਕਿ ਇਹ ਚੰਗੀ ਗੱਲ ਹੋਈ ਹੈ ਜੇ ਮਾਲੀ ਜੀ ਨੇ ਕਿਹਾ ਕਿ ਮੈਂ ਹੀ ਪਰਾਂ ਹੋ ਜਾਣਾ। ਠੀਕ ਹੈ, ਇਹ ਕੋਈ IAS ਦੀ ਨੌਕਰੀ ਨਹੀਂ, IPS ਦੀ ਨੌਕਰੀ ਨਹੀਂ, ਇੱਕ ਸਲਾਹਕਾਰ ਨਿਯੁਕਤ ਹੋਏ ਸੀ। ਜੇ ਪਾਰਟੀ ਨੂੰ ਲੱਗਦਾ ਜਾਂ ਕਿਸੇ ਨੂੰ ਵੀ ਹੋਰ ਲੱਗਦਾ ਕਿ ਸਿੱਧੂ ਦਾ ਫਾਇਦਾ ਹੋਣ ਦੀ ਜਗ੍ਹਾ ਇਹ ਤਾਂ ਹੋਰ ਹੀ ਉਲਟਾ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਜੋਖਮ ਵਾਲਾ ਕੰਮ ਬਣ ਗਿਆ, ਤੇ ਮੈਨੂੰ ਲੱਗਦਾ ਇਹ ਠੀਕ ਕੀਤਾ। ਤ੍ਰਿਪਤ ਬਾਜਵਾ ਹੁਣੀ ਜਿਹੜਾ ਇੱਕ ਬਾਗੀ ਧੜਾ ਬਣ ਚੁੱਕਿਆ, ਉਹਨਾਂ ਵੱਲੋਂ ਬੈਠਕਾਂ ਕੀਤੀਆਂ ਜਾਂਦੀਆਂ ਨੇ, ਦਾਅਵਾ ਕੀਤਾ ਜਾਂਦਾ ਕਿ ਅਸੀਂ ਦਿੱਲੀ ਚੱਲੇ ਹਾਂ, ਸ਼ਾਮ ਨੂੰ ਤਖਤਾ ਪਲਟ ਦਿਆਂਗੇ। ਉਸ ਤੋਂ ਬਾਅਦ ਹਰੀਸ਼ ਰਾਵਤ ਦਾ ਬਿਆਨ ਆਉਂਦਾ ਕਿ 22 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਵਿੱਚ। ਫਿਰ ਇੱਕ ਹੋਰ ਬਿਆਨ ਆਉਂਦਾ ਨਵਜੋਤ ਸਿੱਧੂ ਦੇ ਬਿਆਨ ਦੇ ਸੰਦਰਭ ਵਿੱਚ, ਉਹ ਕਹਿੰਦੇ ਨੇ ਕਿ ਜਿਹੜਾ ਇਹੋ ਜਿਹਾ ਬਿਆਨ ਦਿੱਤਾ ਇਹਨਾਂ ਨੇ ਵੀ ਇੱਟ ਨਾਲ ਇੱਟ ਖੜਕਾ ਦਿਆਂਗੇ, ਸੋਚ ਸਮਝ ਕੇ ਦੇਣਾ ਚਾਹੀਦਾ, ਪਾਰਟੀ ਦੇ ਸੰਵਿਧਾਨ ਨੂੰ ਖਿਆਲ ਦੇ ਵਿੱਚ ਰੱਖ ਕੇ ਦੇਣਾ ਚਾਹੀਦਾ, ਪਾਰਟੀ ਦੀ ਖਿਲਾਫਤ ਨਹੀਂ ਹੋਣੀ ਚਾਹੀਦੀ। ਇਸ ਨੂੰ ਕਿਵੇਂ ਦੇਖਦੇ ਹੋ? ਸ਼ਕਤੀ ਪ੍ਰਦਰਸ਼ਨ ਵੀ ਕੀਤਾ ਕਿ ਗੁਰਮੀਤ ਸਿੰਘ ਸੋਢੀ ਦੇ ਘਰ 58 ਜਿਹੜੇ MLA ਜੁੜੇ ਨੇ, 8 ਮੰਤਰੀ ਆਏ ਨੇ, ਕੀ ਲੱਗਦਾ ਧੜਾ ਹੁਣ ਮਜ਼ਬੂਤ ਹੈ? ਦੇਖੋ, 2 ਕਿਸਮ ਦੀਆਂ ਪਾਰਟੀਆਂ 'ਚ ਧੜੇਬੰਦੀਆਂ ਹੁੰਦੀਆਂ ਤੇ ਲੜਾਈਆਂ ਹੁੰਦੀਆਂ। ਇੱਕ ਹੁੰਦੀ ਹੈ ਕਿ ਮੈਨੂੰ ਕਿਉਂ ਨਹੀਂ ਕੁਝ ਮਿਲਿਆ। ਮੇਰਾ ਖਿਆਲ ਇਹ ਲੜਾਈ ਥੋੜੀ ਜਿਹੀ ਫਰਕ ਨਾਲ ਆ, ਹੈਗੀ ਤੇ ਕਾਂਗਰਸ ਦੀ ਅੰਦਰੂਨੀ ਲੜਾਈ ਹੈ, ਔਰ ਲੱਗਦੀ ਹੈ ਕਿ ਜਿਵੇਂ ਸੱਤਾ ਲਈ ਲੜਾਈ ਹੋਵੇ। ਪਰ ਮੇਰਾ ਥੋੜਾ ਜਿਹਾ ਵਿਚਾਰ ਇਹ ਹੈਗਾ ਕਿ ਜਿੱਥੇ ਕੋਈ ਸ਼ੱਕ ਨਹੀਂ ਹੈ ਕਿ ਸਿੱਧੂ ਧੜਾ ਸੱਤਾ ਤੇ ਪੰਜਾਬ ਤੇ ਕਾਂਗਰਸ ਤੇ ਸੱਤਾ ਤੇ ਕਬਜ਼ ਹੋਣਾ ਚਾਹੁੰਦਾ, ਤਾਂ ਕਿ ਉਹ ਜੋ ਆਪਣਾ ਮੁੱਦੇ ਲੈ ਕੇ ਚੱਲੇ ਆ, ਆਪਣਾ ਪ੍ਰੋਗਰਾਮ ਲੈ ਕੇ ਚੱਲੇ ਆ, ਜਿਹੜਾ ਪਾਰਟੀ ਦੇ ਰਹਿੰਦਿਆਂ ਹੋਇਆਂ ਪਾਰਟੀ ਦੇ ਅੰਦਰ
ਔਰ ਇੱਕ ਮਿਨਿਸਟਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੂਰੇ ਨਹੀਂ ਕਰਨ ਦਿੱਤੇ, ਰਾਦਰ ਘਰੇ ਬਿਠਾ ਲਤਾ 2.5 ਸਾਲ। ਹੁਣ ਉਹ ਚਾਹੁੰਦੇ ਕਿ 2 ਪਾਵਰ ਸੈਂਟਰ ਨਹੀਂ ਹੋਣੇ ਚਾਹੀਦੇ, ਵੀ ਜਾਣੀ ਮੈਂ ਕੁਛ ਕਵਾਂ ਤੇ ਚੀਫ ਮਿਨਿਸਟਰ ਤੇ ਸਰਕਾਰ ਕੁਛ ਦੂਜੀ ਬੀਨ ਵਜਾਏ, ਇੰਜ ਸੱਪ ਰੁੱਡ ਚੋਂ ਬਾਹਰ ਨਹੀਂ ਨਿਕਲਣਾ। ਪਰ ਹਰੀਸ਼ ਰਾਵਤ ਦੇ ਬਿਆਨਾਂ ਤੋਂ ਕਿਤੇ ਨਾ ਕਿਤੇ ਹੁਣ ਇਹ ਨਹੀਂ ਲੱਗ ਰਿਹਾ ਵੀ ਪਹਿਲਾਂ ਪ੍ਰਧਾਨਗੀ ਦੇ ਕੇ ਸਿੱਧੂ ਨੂੰ ਹੁਣ ਪਛਤਾ ਰਹੇ ਨੇ, ਹੁਣ ਬਿਆਨਬਾਜ਼ੀ ਤੋਂ ਟੋਕਣਾ ਪੈ ਰਿਹਾ ਵੀ ਇਦਾਂ ਬਿਆਨ ਨਾ ਦਿਓ, ਇਦਾਂ ਬਿਆਨ ਦਿਓ। ਦਿੱਤੀ ਹੈ ਹਾਂਜੀ, ਕੀ ਮੁਫਤ ਨਾ ਦਿੱਤੀ ਹੈ? ਕੀ ਉਹਨੂੰ ਪਲੈਟਰ ਚ ਪਾ ਕੇ ਦਿੱਤੀ ਆ? ਅਗਲੇ ਨੇ ਐਨ ਧੜੱਲੇ ਦੇ ਨਾਲ, ਜੁਰਤ ਦੇ ਨਾਲ ਪੂਰੀ ਧਮਕੀਆਂ ਦੇ ਕੇ ਕਿ ਮੈਂ ਤੁਹਾਡੇ ਭਾਂਡੇ ਟਿੰਡੇ ਖੰਡਾਰ ਦੂੰਗਾ ਪੰਜਾਬ ਦੇ ਵਿੱਚ। ਤੁਸੀਂ ਸਮਝਦੇ ਕੀ ਆਪਣੇ ਆਪ ਨੂੰ? ਉਹਨੇ ਆਪਣੀ ਜੁਰਤ ਦੇ ਨਾਲ ਪ੍ਰਧਾਨਗੀ ਲਈ ਹੈ। ਇੰਜ ਨਹੀਂ ਹੈ ਕਿ ਪ੍ਰਧਾਨਗੀ ਕਿਸੇ ਨੇ ਉਹਨੇ ਕਹਿਤਾ ਲੈ ਸਿੱਧੂ ਤੇ ਹੁਣ ਉਹ ਕਹਿਣ ਹੁਣ ਗਲਤੀ ਹੋ ਗਈ, ਹਟਾ ਕੇ ਦੱਸਣ। ਜੇ ਭਾਂਡੇ ਟਿੰਡੇ ਖਿਲ ਰਹੇ ਨੇ ਤਾਂ ਫਿਰ ਕਾਂਗਰਸ ਦੇ ਹੀ ਆ, ਚੋਣਾਂ ਦਾ ਫਾਇਦਾ ਕੋਈ ਹੋਰ ਤੀਜੀ ਧਿਰ ਲੈ ਜਾਊ। ਕਾਂਗਰਸ ਨੂੰ ਕਰਨਾ ਕੀ ਹੈ? ਕੀ ਪੰਜਾਬ ਦਾ ਕੀਤਾ? ਕੀ ਕਰਨਾ ਇਹੋ ਜਿਹੀ ਕਾਂਗਰਸ ਨੂੰ? ਕੀ ਕਰਨਾ ਇਹੋ ਜਿਹੀਆਂ ਪਾਰਟੀਆਂ ਨੂੰ? ਇਸ ਲਈ ਜੇ ਪਾਰਟੀਆਂ ਖਿਲਰਨਗੀਆਂ, ਜੇ ਇਹੋ ਜਿਹੇ ਬੋਰਡ ਥੱਲੇ ਡਿੱਗਣਗੇ, ਥੱਲਿਓਂ ਬਹੁਤ ਕੁਝ ਨਵੇਂ ਕਿਸਮ ਦੇ ਬੂਟੇ, ਫਲਦਾਰ ਬੂਟੇ ਜਨਮ ਲੈਣਗੇ। ਇਹਨਾਂ ਬੋੜਾਂ ਨੇ ਬਹੁਤ ਸੱਚੇ, ਸਿਆਣੇ, ਸਮਝਦਾਰ, ਇਮਾਨਦਾਰ ਲੋਕਾਂ ਦਾ ਰਸਤਾ ਰੋਕ ਕੇ ਰੱਖਿਆ ਹੋਇਆ। ਉਹ ਰਸਤਾ ਜੇ ਦੁਬਾਰਾ ਸਾਫ਼ ਕਰਨਾ ਤਾਂ ਇਹੋ ਜਿਹੇ ਵੱਡੇ ਵੱਡੇ ਬੋਰਡ ਜਿਹੜੇ ਆ ਉਹ ਕਮਜ਼ੋਰ ਹੋਣੇ ਚਾਹੀਦੇ, ਜੇ ਖਿੰਡਰਨੇ ਨਹੀਂ ਵੀ ਚਾਹੀਦੇ। ਆਖਰੀ ਸਵਾਲ ਹੈ, ਤੁਹਾਡੀ ਨਿੱਜੀ ਰਾਏ ਲੈਣਾ ਚਾਹਣਾ ਨਵਜੋਤ ਸਿੱਧੂ ਦੇ ਬਾਰੇ 'ਚ। ਕਾਂਗਰਸ ਜਾਂ ਕਾਂਗਰਸ ਤੋਂ ਬਗੈਰ ਨਵਜੋਤ ਸਿੱਧੂ ਨੂੰ ਐਜ਼ ਅ ਸਿਆਸਤਦਾਨ ਤੁਸੀਂ ਕਿੰਜ ਵੇਖਦੇ ਹੋ? ਕੀ ਲੋਕਾਂ ਦੇ ਮੁੱਦੇ ਚੱਕ ਸਕਦੇ ਨੇ, ਜਾਂ ਫਿਰ ਕਿਵੇਂ ਤੁਸੀਂ ਇੱਕ ਵਾਰੀ ਕਹਿ ਦਿੱਤਾ, ਕੰਟੈਕਸਟ ਤੋਂ ਬਾਹਰ ਮੈਂ ਗੱਲ ਕਰ ਰਿਹਾ, ਪਰ ਤੁਹਾਡੇ ਲਫ਼ਜ਼ ਸੀ ਇਹ ਵੀ ਸੱਤਾ ਦੀ ਧਿਰ ਦੀ ਭੁੱਖ ਤਾਂ ਹੈ, ਨਵਜੋਤ ਸਿੱਧੂ ਧਿਰ ਨੂੰ ਸੱਤਾ ਦੀ ਭੁੱਖ ਤਾਂ ਹੈ। ਬਿਲਕੁਲ ਨਹੀਂ ਮੈਂ ਕਹਿ ਰਿਹਾ ਕਿ ਉਸ ਕਿਸਮ ਦੀ ਭੁੱਖ ਇੱਕ ਗਲਤ ਸ਼ਬਦ ਆ, ਜਿਵੇਂ ਉਹ ਹਾਬੜਿਆ ਹੋਵੇ ਸੱਤਾ ਲਈ। ਇਹ ਗੱਲ ਨਹੀਂ ਹੈ। ਮੈਂ ਇਹ ਗੱਲ ਕਹੀ ਹੈ ਕਿ ਬਿਨਾਂ ਸੱਤਾ ਤੋਂ ਕੁਝ ਹੁੰਦਾ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਵੀ ਕਹਿ ਕੇ ਗਏ ਆ ਕਿ ਜੇ ਤੁਹਾਡੇ ਕੋਲ ਸੱਤਾ ਹੀ ਨਹੀਂ ਤਾਂ ਤੁਸੀਂ ਆਰਡਰ ਕਿਵੇਂ ਚਲਾਓਗੇ? ਉਹਨੇ ਪ੍ਰਧਾਨਗੀ ਲਈ ਆ ਐਨ ਖੰਡਾ ਖੜਕਾ ਕੇ, ਔਰ ਹੁਣ ਉਹ ਖੰਡਾ ਖੜਕਾ ਰਿਹਾ ਕਿ ਮੈਨੂੰ ਸਰਕਾਰ ਦੇ ਵਿੱਚ ਵੀ ਜਗ੍ਹਾ ਦਿਓ, ਤਾਂ ਕਿ ਜੋ ਮੈਂ ਪੰਜਾਬ ਦੇ ਲੋਕਾਂ ਲਈ ਕਰਨਾ ਉਹ ਮੈਂ ਪੂਰਾ ਸਿਰੇ ਲਾ ਸਕਾਂ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਗੱਲ ਇੰਨੀ ਸੌਖੀ ਨਿਪਟਣ ਵਾਲੀ ਹੈ। ਜਦੋਂ 2 ਵੱਡੇ ਸਾਂਢ ਭਿੜਨ ਲੱਗ ਜਾਂਦੇ ਆ, ਜੇ ਦੋਵੇਂ ਤਕੜੇ ਹੋਣ ਤੇ ਬੜੀ ਦੇਰ ਤੱਕ ਲੱਗੇ ਰਹਿੰਦੇ ਆ, ਕਈਆਂ ਦੇ ਸਿੰਘ ਵੀ ਟੁੱਟਦੇ ਆ, ਪਿਸਦਾ ਘਾਹ ਹੀ ਹੁੰਦਾ, ਪਰ ਆਖਿਰ ਉਹਨਾਂ ਚੋਂ ਇੱਕ ਭੱਜ ਲੈਂਦਾ। ਹੁਣ ਇਹਨਾਂ ਦੋਵਾਂ ਚੋਂ ਕਿਹੜਾ ਭੱਜਦਾ ਉਹ ਦੇਖਣ ਵਾਲੀ ਗੱਲ ਹੈ। ਪਰ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਸੱਤਾ ਦਾ ਲਾਲਚੀ ਨਹੀਂ ਹੈ। ਉਹ ਇਹ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਜੋ ਕਹਿੰਦਾ, ਜੋ ਸਾਨੂੰ ਲੱਗਦਾ ਜਾਂ ਪੰਜਾਬ ਦੇ ਲੋਕ ਸਮਝਦੇ, ਮੇਰੀ ਜੱਜਮੈਂਟ ਨਹੀਂ ਹੈ, ਲੋਕ ਇਹ ਸਮਝਦੇ ਕਿ ਜੇ ਸਿੱਧੂ ਵਰਗਾ ਬੰਦਾ ਸੱਤਾ 'ਚ ਆ ਜੇ ਪੰਜਾਬ ਦਾ ਕੁਝ ਭਲਾ ਹੋ ਸਕਦਾ। ਘੱਟੋ ਘੱਟ ਉਹ ਲੋਟੂ ਨਹੀਂ, ਉਹਨੇ ਆਪਣੀਆਂ ਜੇਬਾਂ ਨਹੀਂ ਭਰੀਆਂ, 4 ਪੈਸੇ ਕਿਸੇ ਨੂੰ ਦਿੱਤੇ ਹੋਣਗੇ, ਦਿਬਾਂਗਿਆ ਤਕੜਾ ਆ, ਧੜੱਲੇ ਦੇ ਨਾਲ ਕਿਸੇ ਦੇ ਵੀ ਪਸੀਨੇ ਛਡਾਉਣ ਦਾ, ਛੱਕੇ ਛਡਾਉਣ ਦਾ, ਇੱਟ ਨਾ ਇੱਟ ਵਜਾਉਣ ਦਾ ਸ਼ਬਦ ਵੀ ਉਹੀ ਬੰਦਾ ਇਸਤੇਮਾਲ ਕਰ ਸਕਦਾ। ਕੈਪਟਨ ਸ਼ਬਦ ਇਹੋ ਜਿਹੇ ਇਸਤੇਮਾਲ ਕਰਕੇ ਦੱਸੇ, ਕਿਉਂਕਿ ਦਾਮੀ ਨਹੀਂ ਹੈ, ਇਹ ਬੁੱਢੇ ਸ਼ੇਰ ਆ। ਦੂਜੇ ਪਾਸੇ ਸੱਤਾ ਦਾ ਮੇਰਾ ਖਿਆਲ ਉਹ ਜਿਹੜਾ ਤੁਸੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੋਈ ਸੱਤਾ ਦੇ ਲਾਲਚ ਵਿੱਚ ਆ ਨਾ, ਉਹ ਲੋਕਾਂ ਦੀ ਇਸ ਵੇਲੇ ਉਹ ਆਵਾਜ਼ ਆ ਜੋ ਲੋਕਾਂ ਦੇ ਦਿਲੋਂ ਇੱਕ ਦਰਦ ਹੈਗਾ ਕਿ ਯਾਰ ਕੋਈ ਲੋਕਾਂ ਦੀ ਸੁਣੀ ਜਾਏ। ਤੇ ਇਹੋ ਜਿਹਾ ਲੀਡਰ ਜੇ ਕੋਈ ਅੱਗੇ ਆਉਂਦਾ ਤਾਂ ਫਿਰ ਸ਼ਾਇਦ ਉਹਨਾਂ ਦਾ ਕੋਈ ਭਲਾ ਹੋ ਜੇ। ਰਹੀ ਗੱਲ, ਇੱਕ ਲਾਸਟ ਗੱਲ ਬੜੀ ਇੰਪੋਰਟੈਂਟ ਹੈ ਕਿ ਰਾਜਨੀਤੀ ਵਿੱਚ ਦਿਵੰਗ ਹੋਣਾ, ਇਮਾਨਦਾਰ ਹੋਣਾ, ਹੁਸ਼ਿਆਰ ਹੋਣਾ, ਇੰਟੈਲੀਜੈਂਟ ਹੋਣਾ, ਵਿਜ਼ਨਰੀ ਹੋਣਾ, ਸਭ ਕੁਝ ਹੋਣ ਦੇ ਨਾਲ ਪੈਸਾ ਵੀ ਹੋਵੇ, ਪਰ ਜੇ ਤੁਹਾਡਾ ਰਾਜਨੀਤਿਕ ਤਿਗੜਮ ਵਾਲਾ ਦਿਮਾਗ ਨਹੀਂ ਹੈ, ਦੂਜੇ ਤੁਹਾਨੂੰ ਲਗਾਤਾਰ ਠਿੱਬੀ ਲਾ ਸਕਦੇ ਆ। ਤੇ ਇਸ ਕਰਕੇ ਇਹ ਰਿਸਕ, ਇੱਕ ਕਿਸਮ ਦਾ ਖਦਸ਼ਾ ਲਗਾਤਾਰ ਬਣਿਆ ਰਹੂਗਾ ਕਿ ਸਿੱਧੂ ਧੜਾ ਚੰਗੇ ਵਿਚਾਰਾਂ ਦੇ ਨਾਲ, ਚੰਗੀਆਂ ਆਪਣੀਆਂ ਉਮੀਦਾਂ ਦੇ ਨਾਲ, ਇੱਕ ਇਮਾਨਦਾਰੀ ਨਾਲ ਏਜੰਡਾ ਜੇ ਲਾਗੂ ਕਰਨਾ ਚਾਹੁੰਦੇ ਵੀ ਹੋਣ ਤਾਂ ਹੋ ਸਕਦਾ ਜਿਹੜੇ ਬਾਕੀ ਬਘਿਆੜ ਬੈਠੇ ਆ ਜਾਂ ਬਾਕੀ ਇੱਥੇ ਲੂੰਬੜ ਚਾਲਾਂ ਵਾਲੇ ਬੈਠੇ ਆ, ਉਹ ਇਹੋ ਜਿਹੀ ਕੋਈ ਚਾਲ ਚੱਲਣ ਕਿ ਇਸ ਨੂੰ ਸਮੇਟ ਦੇਣ। ਇਹ ਰਿਸਕ ਬਣਿਆ ਰਹੂਗਾ। ਪਰ ਜਿਨ੍ਹਾਂ ਨੂੰ ਤੁਸੀਂ ਲੂੰਬੜ ਚਾਲਾਂ ਵਾਲੇ ਕਿਹਾ, ਵਿਰੋਧੀ ਧਿਰ ਇੱਕ ਗੱਲ ਇਹ ਵੀ ਰੱਖ ਰਹੀ ਹੈ ਵੀ ਜਿਸ ਤਰੀਕੇ ਸਿੱਧੂ ਸਾਹਿਬ ਭਾਵੇਂ ਮਜੀਠੀਆ ਬਾਰੇ ਬਿਆਨਬਾਜ਼ੀ ਕਰਨ, ਭਾਵੇਂ ਬਾਦਲ ਬਾਰੇ ਕਰਨ, ਭਾਵੇਂ ਕੈਪਟਨ ਬਾਰੇ ਕਰਨ, ਕਿਤੇ ਨਾ ਕਿਤੇ ਭਾਸ਼ਾ ਦਾ ਮਿਆਰ ਡਿੱਗ ਚੁੱਕਿਆ। ਸਟੇਜਾਂ ਤੋਂ ਜਿਹੜੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਇਹਨਾਂ ਅਹੁਦਿਆਂ ਤੇ ਸ਼ੋਭਾ ਨਹੀਂ ਦਿੰਦੇ। ਇੱਕ ਇਹ ਵੀ ਬਿਆਨ ਸਾਹਮਣੇ ਰੱਖਿਆ ਜਾ ਰਿਹਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਨਿੱਜੀ ਤੌਰ ਤੇ ਇਹ ਗੱਲ ਕਹੂੰਗਾ ਕਿ ਸਾਡੀ ਜਿਹੜੀ ਭਾਸ਼ਾ ਆ ਉਹ ਬੜੀ ਸ਼ਲੀਨਤਾ ਵਾਲੀ, ਸਮਝਦਾਰੀ ਵਾਲੀ ਹੋਣੀ ਚਾਹੀਦੀ ਆ। ਪਰ ਘੱਟ ਇੱਥੇ ਕੋਈ ਨਹੀਂ।
ਪੰਜਾਬ ਦੇ ਲੋਕ ਲੀਡਰਾਂ ਤੋਂ ਇੰਨੇ ਸਤੇ ਪਏ ਆ, ਜੇ ਉਹ ਗੁੱਥਮ ਗੁੱਥਾ ਵੀ ਹੋ ਜਾਣ, ਜੁੱਤੀਓ ਜੁੱਤੀ ਵੀ ਹੋ ਜਾਣ, ਉਹ ਤਮਾਸ਼ਾ ਦੇਖਦੇ ਆ, ਉਹ ਖੁਸ਼ ਹੁੰਦੇ ਆ ਵੀ ਅੱਜ ਮਜ਼ਾ ਆਇਆ, ਉਹਨੂੰ ਮਾਰੇ। ਕਿਉਂਕਿ ਜੋ ਉਹ ਖੁਦ ਕਰਨਾ ਚਾਹੁੰਦੇ ਆ, ਜੋ ਖੁਦ ਆਪਣਾ ਗੁੱਸਾ ਉਹਨਾਂ ਨੂੰ ਚਿੱਤ ਕਰਕੇ, ਉਹਨਾਂ ਨੂੰ ਥੱਲੇ ਪਟਕ ਕੇ ਆਪ ਲੋਕ ਕਰਨਾ ਚਾਹੁੰਦੇ ਆ, ਉਹ ਕਰ ਨਹੀਂ ਸਕਦੇ, ਆਪਣੇ ਅਰਮਾਨ ਦਬਾ ਕੇ ਬੈਠੇ ਰਹਿੰਦੇ ਆ। ਜਦੋਂ ਸਿੱਧੂ ਵਰਗਾ ਹੱਲਾ ਬੋਲਦਾ ਤਗੜੇ ਤੌਰ ਤੇ ਐਨ ਠੋਕ ਕੇ, ਤੇ ਲੋਕੀ ਤਾੜੀਆਂ ਮਾਰਦੇ, ਉਹ ਕਹਿੰਦੇ ਜੇ ਨਾ ਮਾਰਦੇ ਉਹ ਕਹਿੰਦਾ ਮਾਰੋ ਤਾੜੀ, ਤੇ ਉਹ ਤਾੜੀਆਂ ਮਰਵਾ ਵੀ ਲੈਂਦਾ ਤੇ ਲੋਕ ਮਾਰਦੇ ਵੀ ਆ। ਇਸ ਕਰਕੇ ਜਿੱਥੇ ਇਹ ਭਾਸ਼ਾ ਜਿਹੜੀ, ਮੈਂ ਨਿੱਜੀ ਤੌਰ ਤੇ ਬਿਲਕੁਲ ਸਹਿਮਤ ਨਹੀਂ ਹੈ ਕਿ ਤੁਸੀਂ ਇੱਕ ਮਿਆਰ ਤੋਂ ਗਿਰੀ ਗੈਰ ਪਾਰਲੀਮੈਂਟਰੀ ਭਾਸ਼ਾ ਵਰਤੋ, ਪਰ ਮੈਨੂੰ ਲੱਗਦਾ ਕਈ ਵਾਰੀ ਲੋਕ ਤੁਹਾਡੀ ਲੋਕਾਂ 'ਚ ਜਿਹੜੀ ਪ੍ਰਵਾਨਗੀ ਹੈ, ਜਾਂ ਲੋਕਾਂ 'ਚ ਜਿਹੜੀ ਤੁਹਾਡੀ ਭਾਲ ਜਾਂ ਬੱਲੇ ਬੱਲੇ ਆ, ਉਹ ਇਹੋ ਜਿਹੀ ਭਾਸ਼ਾ ਵੀ ਉਹਨਾਂ ਨੂੰ ਥੱਲੇ ਸੁੱਟਣ ਦੀ ਜਗ੍ਹਾ ਥੋੜ੍ਹਾ ਜਿਹਾ ਹੋਰ ਉੱਚਾ ਚੁੱਕਦੀ ਹੈ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਵਾਸਤੇ, ਸਾਡੇ ਨਾਲ ਜੁੜਨ ਵਾਸਤੇ। ਸੋ ਇਹ ਸੀਗੇ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਪੰਜਾਬ ਦੀ ਸਿਆਸਤ ਦੇ ਉੱਤੇ, ਸਰਗਰਮੀਆਂ ਦੇ ਉੱਤੇ ਉਹਨਾਂ ਦੇ ਵਿਚਾਰ ਲਏ ਨੇ। ਅਪਡੇਟ ਲੈ ਕੇ, ਸਿਆਸਤ ਦੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਤਾਈਂ ਹਾਜ਼ਰ ਹੁੰਦੇ ਰਵਾਂਗੇ। ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।